ਸਵਾਗਤ ਹੈ ਤੁਹਾਡਾ ਗਿਆਨ ਦੀਆਂ ਗੱਲਾਂ 'ਚ। ਹਾਜ਼ਰ ਹਾਂ ਇੱਕ ਹੋਰ ਕਹਾਣੀ ਲੈ ਕੇ। ਮੇਰਾ ਨਾਂ ਅਰਸ਼ੀ ਹੈ। ਇਹ ਕਹਾਣੀ ਮੇਰੀ ਬੇਟੀ ਅਰਾਧਿਆ ਤੇ ਉਸਦੀ ਜ਼ਿੰਦਗੀ 'ਤੇ ਹੈ। ਮੈਂ ਇੱਕ ਛੋਟੇ ਜਿਹੇ ਕਸਬੇ ਦੀ ਰਹਿਣ ਵਾਲੀ ਹਾਂ। ਜਦੋਂ ਮੈਂ ਵਿਧਵਾ ਹੋਈ ਤਾਂ ਮੇਰੇ ਮਾਤਾ ਪਿਤਾ ਨੇ ਮੇਰਾ ਦੂਜਾ ਵਿਆਹ ਇੱਕ ਅਜਿਹੇ ਵਿਅਕਤੀ ਨਾਲ ਕਰ ਦਿੱਤਾ ਜਿਸ ਦਾ ਪਹਿਲਾਂ ਹੀ ਇੱਕ ਬੇਟਾ ਸੀ ਤੇ ਮੇਰੇ ਕੋਲ ਵੀ ਇੱਕ ਬੇਟੀ ਸੀ। ਹੁਣ ਮੇਰਾ ਬੇਟਾ ਤੇ ਬੇਟੀ ਇੱਕ ਹੀ ਕਮਰੇ 'ਚ ਸੌਂਦੇ ਸਨ, ਪਰ ਸਵੇਰੇ ਉੱਠਦੇ ਹੀ ਮੇਰੀ ਬੇਟੀ ਬੈੱਡ ਦੀ ਚਾਦਰ ਰੋਜ਼ਾਨਾ ਬਦਲ ਦਿੰਦੀ। ਫਿਰ ਮੈਥੋਂ ਲੁਕਾ ਕੇ ਪੁਰਾਣੀ ਚਾਦਰ ਧੋਂਦੀ ਤੇ ਖੁਦ ਨਹਾਉਣ ਚਲੀ ਜਾਂਦੀ। ਕਈ ਵਾਰ ਤਾਂ ਮੇਰੀ ਬੇਟੀ ਬੇਹੋਸ਼ ਵੀ ਹੋ ਜਾਂਦੀ ਸੀ। ਉਹ ਦਿਨ ਬ ਦਿਨ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ। ਇੱਕ ਦਿਨ ਸਵੇਰੇ ਉੱਠ ਕੇ ਮੈਂ ਜਲਦੀ ਨਾਲ ਬੇਟੀ ਦੇ ਕਮਰੇ 'ਚ ਗਈ, ਪਰ ਅੱਗੇ ਦਾ ਮਾਹੌਲ ਦੇਖ ਕੇ ਮੈਂ ਸ਼ਰਮ ਨਾਲ ਪਾਣੀ ਹੋ ਗਈ। ਦਿਲੋਂ ਇੱਕ ਹੀ ਗੱਲ ਨਿਕਲਦੀ ਕਿ ਭਗਵਾਨ ਅਜਿਹਾ ਦ੍ਰਿਸ਼ ਕਦੇ ਕਿਸੇ ਮਾਂ ਨੂੰ ਨਾ ਦਿਖਾਵੇ, ਕਿਉਂਕਿ ਉੱਥੇ ਮੇਰੀ ਬੇਟੀ ਤੇ ਬੇਟਾ। ਮੈਂ ਵਿਆਹ ਤੋਂ 2 ਸਾਲ ਬਾਅਦ ਹੀ ਵਿਧਵਾ ਹੋ ਗਈ ਸੀ। ਉਸ ਸਮੇਂ ਮੇਰੀ ਉਮਰ 18 ਸਾਲ ਦੀ ਸੀ, ਕਿਉਂਕਿ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ 16 ਸਾਲ ਦੀ ਉਮਰ 'ਚ ਹੀ ਕਰ ਦਿੱਤਾ ਸੀ। ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਬੇਟੀ ਸੀ, ਪਰ ਮੈਨੂੰ ਅਜਿਹਾ ਲੱਗਦਾ ਸੀ ਕਿ ਮੈਂ ਉਹਨਾਂ 'ਤੇ ਬਹੁਤ ਵੱਡਾ ਬੋਝ ਸੀ, ਮੰਨੋ ਜਿਵੇਂ ਮੈਂ ਉਹਨਾਂ ਦੀ ਬੇਟੀ ਹੀ ਨਹੀਂ ਸੀ। ਮੇਰੇ ਪੈਦਾ ਹੋਣ ਤੋਂ ਬਾਅਦ ਮੇਰੀ ਮਾਂ ਦੀ ਖੁਸ਼ੀ ਨਹੀਂ ਦੇਖੀ ਜਾ ਰਹੀ ਸੀ ਤੇ ਮੇਰੇ ਪਿਤਾ, ਉਹਨਾਂ ਨੂੰ ਤਾਂ ਬੇਟੀ ਦੀ ਬਹੁਤ ਚਾਹਤ ਸੀ, ਇਸ ਲਈ ਉਹ ਮੈਨੂੰ ਪਸੰਦ ਨਹੀਂ ਕਰਦੇ ਸਨ ਤੇ ਮੈਨੂੰ ਦਿਲੋਂ ਪਿਆਰ ਨਹੀਂ ਕਰਦੇ ਸਨ। ਉਹ ਮੈਨੂੰ ਆਪਣਾ ਮੰਨਦੇ ਵੀ ਨਹੀਂ ਸਨ ਤੇ ਮੇਰੇ 'ਤੇ ਬਹੁਤ ਗੁੱਸਾ ਕਰਦੇ ਸਨ। ਕੁਝ ਖਾਨਦਾਨੀ ਸ਼ਕਤੀਆਂ ਕਰਕੇ ਮੇਰੇ ਪਿਤਾ ਦੂਜਾ ਵਿਆਹ ਵੀ ਨਹੀਂ ਕਰ ਸਕੇ। ਇਸੇ ਕਾਰਨ ਉਹ ਮੇਰੇ ਨਾਲ ਬਹੁਤ ਨਫ਼ਰਤ ਕਰਦੇ ਸਨ। ਹਰ ਸਮੇਂ ਮੇਰੇ ਨਾਲ ਸਖਤੀ ਨਾਲ ਹੀ ਗੱਲ ਕਰਦੇ ਸਨ ਤੇ ਇਸੇ ਕਰਕੇ ਉਹਨਾਂ ਨੇ ਮੇਰਾ ਵਿਆਹ ਵੀ ਜਲਦੀ ਕਰਵਾ ਦਿੱਤਾ। ਮੇਰਾ ਪਤੀ ਸਰਕਾਰੀ ਸਕੂਲ 'ਚ ਇੱਕ ਅਧਿਆਪਕ ਸੀ। ਸਾਡੀ ਇੱਕ ਬੇਟੀ ਵੀ ਸੀ। ਇੱਕ ਦਿਨ ਸਕੂਲੋਂ ਆਉਂਦੇ ਸਮੇਂ ਰਸਤੇ 'ਚ ਉਹਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਉਹ ਵੀ ਮੇਰਾ ਸਾਥ ਛੱਡ ਗਏ। ਉਹ ਦਿਨ ਮੇਰੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ। ਮੇਰੇ 'ਤੇ ਤਾਂ ਪਰੇਸ਼ਾਨੀਆਂ ਦਾ ਪਹਾੜ ਹੀ ਟੁੱਟ ਪਿਆ ਸੀ। ਕੁਝ ਦਿਨ ਲੰਘਣ ਤੋਂ ਬਾਅਦ ਮੇਰੇ ਸੱਸ ਸਹੁਰੇ ਨੇ ਵੀ ਮੈਨੂੰ ਮੇਰੇ ਮਾਤਾ ਪਿਤਾ ਦੇ ਘਰ ਭੇਜ ਦਿੱਤਾ। ਸ਼ਾਇਦ ਮੈਂ ਉਹਨਾਂ 'ਤੇ ਵੀ ਬੋਝ ਸੀ। ਉਹ ਵੀ ਮੈਨੂੰ ਚੰਗਾ ਨਹੀਂ ਸਮਝਦੇ ਸਨ। ਉਹਨਾਂ ਦੇ ਖਿਆਲ 'ਚ ਮੈਂ ਮਨਹੂਸ ਔਰਤ ਸੀ, ਜਿਵੇਂ ਮੈਂ ਹੀ ਉਹਨਾਂ ਦੇ ਬੇਟੇ ਨੂੰ ਮਾਰ ਦਿੱਤਾ ਹੋਵੇ। ਫਿਰ ਮੈਂ ਚੁੱਪਚਾਪ ਆਪਣੇ ਮਾਤਾ ਪਿਤਾ ਨਾਲ ਉਹਨਾਂ ਦੇ ਘਰ ਆ ਗਈ। ਮੇਰੇ ਮਾਤਾ ਪਿਤਾ ਮੈਨੂੰ ਬੋਝ ਹੀ ਸਮਝਦੇ ਸਨ। ਮੈਂ ਆਪਣੀ ਬੇਟੀ ਨੂੰ ਸੀਨੇ ਨਾਲ ਲਾ ਕੇ ਬਹੁਤ ਰੋਂਦੀ ਸੀ। ਫਿਰ ਕੁਝ ਦਿਨਾਂ ਬਾਅਦ ਮੇਰੇ ਮਾਤਾ ਪਿਤਾ ਨੇ ਮੇਰਾ ਦੂਜਾ ਵਿਆਹ ਕਰ ਦਿੱਤਾ, ਇੱਕ ਅਜਿਹੇ ਵਿਅਕਤੀ ਨਾਲ ਜਿਸ ਦਾ ਪਹਿਲਾਂ ਤੋਂ ਇੱਕ ਬੇਟਾ ਸੀ ਤੇ ਮੇਰੇ ਕੋਲ ਵੀ ਇੱਕ ਬੇਟੀ ਸੀ। ਅਸੀਂ ਦੋਵੇਂ ਇੱਕੋ ਜਿਹੇ ਸੀ, ਇਸ ਲਈ ਵਿਆਹ ਹੋ ਗਿਆ, ਨਹੀਂ ਤਾਂ ਮੇਰੇ ਲਈ ਚੰਗੇ ਰਿਸ਼ਤੇ ਵੀ ਨਹੀਂ ਆਉਂਦੇ ਸਨ। ਉਸ ਦਾ ਬੇਟਾ ਮੇਰੀ ਬੇਟੀ ਤੋਂ 1 ਸਾਲ ਛੋਟਾ ਸੀ। ਉਸ ਦੇ ਬੇਟੇ ਦਾ ਨਾਂ ਅਭਿਸ਼ੇਕ ਸੀ ਤੇ ਮੇਰੀ ਬੇਟੀ ਦਾ ਨਾਂ ਅਰਾਧਿਆ ਸੀ। ਇਸ ਤਰ੍ਹਾਂ ਸਮਾਂ ਲੱਗਣ ਲੱਗਿਆ ਤੇ ਦੇਖਦੇ ਹੀ ਦੇਖਦੇ ਅਰਾਧਿਆ 16 ਸਾਲ ਦੀ ਹੋ ਗਈ ਤੇ ਅਭਿਸ਼ੇਕ 15 ਸਾਲ ਦਾ। ਇੱਕ ਦਿਨ ਅਚਾਨਕ ਮੇਰੇ ਦੂਜੇ ਪਤੀ ਦਾ ਵੀ ਦੇਹਾਂਤ ਹੋ ਗਿਆ। ਉਹਨਾਂ ਦੇ ਜਾਣ ਤੋਂ ਬਾਅਦ ਮੰਨੋ ਜਿਵੇਂ ਘਰ ਦੀ ਰੌਣਕ ਹੀ ਉੱਡ ਗਈ ਹੋਵੇ। ਸਾਡਾ ਆਪਣਾ ਮਕਾਨ ਸੀ, ਇਸ ਲਈ ਕਿਰਾਏ ਦੀ ਚਿੰਤਾ ਨਹੀਂ ਹੁੰਦੀ ਸੀ ਤੇ ਘਰ 'ਚ ਵੀ ਇੱਕ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਸੀ। ਇੱਕ ਦਿਨ ਅਸੀਂ ਸਾਰੇ ਸੌਂ ਰਹੇ ਸੀ ਕਿ ਅਚਾਨਕ ਬਹੁਤ ਜ਼ੋਰ ਦੀ ਆਵਾਜ਼ ਆਈ। ਮੇਰਾ ਤਾਂ ਦਿਲ ਬੈਠ ਗਿਆ। ਮੈਂ ਘਬਰਾ ਗਈ ਸੀ ਤੇ ਡਰ ਵੀ ਗਈ ਸੀ। ਮੈਂ ਦੇਖਿਆ ਕਿ ਇਹ ਆਵਾਜ਼ ਤਾਂ ਅਭਿਸ਼ੇਕ ਦੇ ਕਮਰੇ 'ਚੋਂ ਆਈ ਸੀ। ਮੈਂ ਉਸ ਦੇ ਕਮਰੇ ਵੱਲ ਭੱਜੀ। ਮੈਂ ਉੱਥੇ ਜਾ ਕੇ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ। ਕਮਰੇ ਦੀ ਛੱਤ ਡਿੱਗ ਗਈ ਸੀ। ਇਹ ਦੇਖ ਕੇ ਮੈਂ ਘਬਰਾ ਗਈ। ਮੈਨੂੰ ਡਰ ਸੀ ਕਿ ਕਿਤੇ ਅਭਿਸ਼ੇਕ ਤਾਂ ਇਸ ਛੱਤ ਦੇ ਹੇਠਾਂ ਨਹੀਂ ਦੱਬਿਆ ਗਿਆ। ਜਦੋਂ ਮੈਂ ਨੇੜੇ ਗਈ ਤਾਂ ਮੈਂ ਦੇਖਿਆ ਤਾਂ ਅਭਿਸ਼ੇਕ ਉੱਥੇ ਨਹੀਂ ਸੀ। ਉਹ ਬਾਥਰੂਮ ਜਾਣ ਲਈ ਉੱਠਿਆ ਸੀ, ਜਿਸ ਕਰਕੇ ਉਸ ਦੀ ਜਾਨ ਬਚ ਗਈ। ਮੈਂ ਪਰਮਾਤਮਾ ਦਾ ਧੰਨਵਾਦ ਕੀਤਾ, ਪਰ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਉਸ ਛੱਤ ਨੂੰ ਦੁਬਾਰਾ ਬਣਵਾ ਸਕਦੇ। ਕਮਰੇ ਦਾ ਤਾਂ ਕਬਾੜਾ ਹੀ ਬਣ ਗਿਆ ਸੀ। ਸਾਰੀ ਛੱਤ ਡਿੱਗ ਚੁੱਕੀ ਸੀ ਤੇ ਅਸੀਂ ਉਸ ਨੂੰ ਉਸ ਦੇ ਹਾਲ 'ਤੇ ਹੀ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਆਪਣਾ ਮੰਜਾ ਰਸੋਈ 'ਚ ਹੀ ਡਾਹ ਲਿਆ ਤੇ ਕਮਰੇ 'ਚ ਦੋਵੇਂ ਬੱਚਿਆਂ ਨੂੰ ਸੌਣ ਲਈ ਕਿਹਾ, ਕਿਉਂਕਿ ਬਾਹਰ ਤਾਂ ਬਹੁਤ ਜ਼ਿਆਦਾ ਠੰਡ ਸੀ ਤੇ ਬਾਹਰ ਕੋਈ ਵੀ ਸੌਂ ਵੀ ਨਹੀਂ ਸਕਦਾ ਸੀ। ਕਮਰੇ 'ਚ ਇੱਕ ਬੈੱਡ ਤੇ ਇੱਕ ਮੰਜਾ ਸੀ। 2 ਜਣੇ ਵੀ ਬਹੁਤ ਮੁਸ਼ਕਲ ਨਾਲ ਸੌਂ ਸਕਦੇ ਸਨ। ਹੁਣ ਉਹ ਦੋਵੇਂ ਇੱਕ ਹੀ ਕਮਰੇ 'ਚ ਸੌਂਦੇ ਸਨ। ਮਜਬੂਰੀ ਸੀ, ਕੀ ਕਰ ਸਕਦੇ ਸੀ। ਇੱਕ ਕਮਰੇ 'ਚ ਤਾਂ ਦੁਕਾਨ ਸੀ ਤੇ ਮੇਰੇ ਪਤੀ ਨੇ ਘਰ 'ਚ 3 ਹੀ ਕਮਰੇ ਬਣਵਾਏ ਸਨ। ਇੱਕ ਦਿਨ ਮੇਰਾ ਬੇਟਾ ਬੇਟੀ ਦੇ ਕਮਰੇ 'ਚ ਸੁੱਤਾ ਤਾਂ ਸਵੇਰੇ ਕੁਝ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ। ਅਭਿਸ਼ੇਕ ਤਾਂ ਸਵੇਰੇ ਉੱਠ ਕੇ ਨਾਸ਼ਤਾ ਕਰਨ ਵੀ ਬੈਠ ਗਿਆ ਸੀ, ਜਦੋਂ ਕਿ ਅਰਾਧਿਆ ਅਜੇ ਤੱਕ ਸੌਂ ਰਹੀ ਸੀ। ਉਹ ਤਾਂ ਇੰਨੀ ਦੇਰ ਤੱਕ ਨਹੀਂ ਸੌਂਦੀ ਸੀ, ਪਰ ਅੱਜ ਉਹ ਇੰਨੀ ਦੇਰ ਤੱਕ ਕਿਉਂ ਸੌਂ ਰਹੀ ਸੀ। ਉਸ ਦੀ ਆਦਤ ਸੀ ਕਿ ਉਹ ਸਵੇਰੇ ਜਲਦੀ ਉੱਠ ਜਾਂਦੀ ਸੀ। ਮੈਂ ਉਸ ਨੂੰ ਆਵਾਜ਼ ਵੀ ਮਾਰੀ ਤਾਂ ਉਹ ਨਹੀਂ ਉੱਠ ਰਹੀ ਸੀ। ਥੋੜ੍ਹੀ ਦੇਰ ਬਾਅਦ ਮੈਂ ਉਸ ਦੇ ਕਮਰੇ 'ਚ ਜਾ ਕੇ ਉਸ ਨੂੰ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਬੇਹੋਸ਼ ਹੋ ਚੁੱਕੀ ਸੀ।
मैं बहुत ज़्यादा घबरा गई सी कि इसनूं की हो गया। मैं तुरंत ही अभिषेक नूं कह के नाल दे ही डॉक्टर नूं घर बुलाया। डॉक्टर ने कहा कि लड़की काफ़ी कमज़ोर है, खून की भी कमी है, इस तो कोई भारी काम ना करवाओ, बस आराम ही करवाओ, फल ते चंगा खाना खाण नूं दिओ, ठीक हो जाएगी। जदों आराध्या नूं होश आया तो मैं उस कोल गई ते उस तों पुछया कि तैनूं की हो गया सी। वो कहन लगी कि बस इंज ही बैठे बैठे चक्कर आउण लगे ते मैं बेहोश हो गई सी। मैं अपनी बेटी नूं कहा कि तू आराम कर, मैं तेरे लिए नाश्ता बना के लिआउंदी हाँ। जदों मैं नाश्ता लैके आई तो मैं देखा कि वो अपने कमरे 'च नहीं सी ते कमरे 'च बिस्तरे ते चादर भी नहीं सी। मैं बाहर जाके उसनूं देखा तो वो उसे चादर नूं बैठ के धो रही सी। मैं उस तों पुछया कि तू ये चादर क्यों धो रही है, तेरी तबीयत ठीक नहीं है, डॉक्टर ने भी तैनूं आराम करने लई कहा है। मैं उसते चीकी ते कहा कि इत्थों उठ ते अपने कमरे 'च जाके नाश्ता कर, कुछ खावेंगी पीवेंगी तो ठीक हो जावेंगी। उसने कहा कि मैं ये चादर जरूर धोनी है क्योंकि बिस्तर ते विछाउण लई साडे घर 'च एक ही तो चादर है। मैं कहा कि अचानक ये चादर धोण दा भूत तेरे ते क्यों सवार हो गया, चादर तां इन्नी गंदी भी नहीं सी जो तू इसनूं धोण बैठ गई, छड्ड दे, मैं खुद इसनूं धो देंगी। पर उसने मेरी गल ना मन्नी ते चादर नूं छत्त ते सुकाउण लई चली गई। उस तो बाद ही उसने नाश्ता किया। फिर थोड़ी देर लई वो सौ गई ते अभिषेक भी काम ते जा चुका सी। उसनूं मैं सिर्फ 10वीं तक ही पढ़ाई करवाई सी ते वो एक कपड़े दुकान ते काम करदा सी। वो बहुत ही मेहनती सी। घर वाली दुकान तो मैं खुद ही चलाउंदी सी। उंज भी इस दुकान ते ज़्यादातर बच्चे ही आउंदे सन। दिन इसी तरह लंघ गया। उस दिन अभिषेक ने मैनू कहा कि अज मैं खाना खा के आया हाँ। वो देर नाल आया सी ते आराध्या भी पहला ही कमरे 'च सौ चुकी सी। वो भी जाके कमरे 'च सौ गया। मैं भी रसोई 'च अपना मंजा डाया होया सी। थां बदलण करके मैनू नींद नहीं आ रही सी। अपने पति नूं याद ही कर रही सी। दूजा पति बहुत चंगा सी, मेरा बहुत ख्याल रखदा सी। उसने कदे भी मैनू पहले विआह दा ताना नहीं दिता सी ते मेरी बेटी नूं वो हमेशा अपनी ही बेटी समझदा सी ते मैं भी अभिषेक नूं कदे नहीं दस्सिया सी कि वो मेरा सगा बेटा नहीं है। उसने भी मैथों अपने हिस्से दा पैर लै लिया सी। वो मैनू सकी मां तो भी ज़्यादा प्यार करदा सी ते मेरा कहना भी मनदा सी। वो उस घर 'च इकल्ला ही मर्द सी। वो साडा इकलौता सहारा सी, नहीं तां असीं तो औरतां कित्थे जांदियां। वो काम भी वधिया तरीके नाल कर रहा सी। मैं उसनूं कहा भी सी कि वो अगे अपनी पढ़ाई प्राइवेट कर लवे क्योंकि जेकर उस कोल कोई डिग्री होवेगी तां चंगी नौकरी भी मिल जावेगी। वो मेरी गल भी मन लैंदा सी। सवेरे सवेरे फिर कुछ अजिहा होया कि मैं हैरान रह गई। आराध्या फिर बेहोश हो चुकी सी ते इस वार तां उसदी शक्ल देख के लग रहा सी जिवें उसदे जिस्म दा सारा खून ही खिच लिया गया होवे। वो तां पीली पै गई सी। फिर मैं डॉक्टर नूं बुलाया ते डॉक्टर ने उही गल कही कि मैं आराम करन नूं कहा सी, इसनूं खाणे 'च की खवाया सी। मैं उन्हां नूं सारी गल दसी कि की खवाया सी ते काम भी नहीं करवाया। डॉक्टर ने कहा कि दोबारा किवें इन्नी कमज़ोरी हो गई, तुसीं इस गल नूं सीरियस लओ नहीं तां तुहाडी बेटी दी जान नूं खतरा हो सकदा है क्योंकि इस तरह अचानक बेहोश हो जाना ते कई घंटे तक बेहोश रहना कोई मामूली गल नहीं है। डॉक्टर ने सख्ती नाल सारी गल दसी ते कुछ देर बाद वो चला गया। फिर जदों आराध्या नूं होश आया तां मैं उसनूं कहा कि तू कोई काम कीता तां मैथों बुरा नहीं होवेगा। पर थोड़ी देर बाद जदों मैं उसदे कमरे 'च दोबारा गई तां मैं ये देख के हैरान हो गई कि वो की कर रही है। वो तां फिर तो बैड दी चादर नूं धो रही सी। इस वार मैं उसनूं दूरों देख रही सी क्योंकि जो भी वो कर रही सी वो सब कुछ मामूली नहीं सी। वो बेहोशी चों उठ के चादर धोना शुरू कर दिंदी सी। ये सब कुछ की हो रहा सी ते वो सब क्यों कर रही सी। जदों तो मेरे बेटे ने उसदे कमरे 'च सोना शुरू कीता सी उदों तो ही वो अजिहा कर रही सी ते बेहोश भी उदों तो ही हो रही सी। अभिषेक उस लई सी तां मतरिया भरा ही, पर बचपन तो दोवें इकट्ठे ही पले सन। उन्हां दोवां 'च तां सके भरा भैण वर्गा प्यार ही सी। फिर अजिहा की हो रहा सी। मेरी बेटी दी तबीयत दिन ब दिन क्यों खराब होंदी जा रही सी। मैं रोंदी ते सोचदी रहिंदी कि ये सब की हो रहा है। एक औरत कमज़ोर उदों हुंदी है जदों वो बच्चे पैदा करदी है तां उसदे अंदर बिल्कुल भी ताकत नहीं रहिंदी, पर जवान लड़की इंज बेहोश होण लगे तां ये कोई आम गल नहीं सी। दूजे ही दिन उसने चादर धो के छत ते सुकाई। वो आस पास भी देख रही सी कि किते मैं उसनूं देखिया तां नहीं।
ਮੈਂ ਰਸੋਈ ਦੀ ਖਿੜਕੀ ਤੋਂ ਇਹ ਸਭ ਕੁਝ ਦੇਖ ਰਹੀ ਸੀ। ਮੈਂ ਵੀ ਉਸ ਨੂੰ ਅਜਿਹਾ ਅਹਿਸਾਸ ਨਹੀਂ ਹੋਣ ਦਿੱਤਾ। ਚਾਦਰ ਧੋ ਕੇ ਉਹ ਫਿਰ ਅੰਦਰ ਜਾ ਕੇ ਪੈ ਗਈ ਤਾਂ ਮੈਨੂੰ ਕੁਝ ਪਤਾ ਨਾ ਲੱਗੇ। ਮੈਂ ਉਸ ਨੂੰ ਨਾਸ਼ਤਾ ਕਰਵਾਇਆ ਤੇ ਦਵਾਈ ਦਿੱਤੀ। ਦੁਕਾਨ ਚੰਗੀ ਨਹੀਂ ਚੱਲ ਰਹੀ ਸੀ, ਜਿਸ ਕਰਕੇ ਮੈਂ ਬਹੁਤ ਪਰੇਸ਼ਾਨ ਸੀ। ਪਰ ਇਹ ਗੱਲ ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸੀ। ਅਭਿਸ਼ੇਕ ਨੂੰ ਵੀ ਕੁਝ ਨਹੀਂ ਦੱਸਿਆ, ਕਿਉਂਕਿ ਉਹ ਪਹਿਲਾਂ ਹੀ ਨੌਕਰੀ ਕਰ ਰਿਹਾ ਸੀ। ਹੁਣ ਜੇਕਰ ਅਜਿਹੇ 'ਚ ਇਹ ਗੱਲ ਵੀ ਦੱਸ ਦਿੰਦੀ ਤਾਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਂਦਾ। ਪਰ ਮੈਂ ਖੁਦ ਬਹੁਤ ਪਰੇਸ਼ਾਨ ਹੋ ਗਈ ਸੀ। ਉੱਪਰੋਂ ਡਾਕਟਰ ਨੇ ਕਿਹਾ ਸੀ ਕਿ ਬੇਟੀ ਨੂੰ ਚੰਗੀਆਂ ਚੀਜ਼ਾਂ ਖਵਾਓ, ਪਰ ਘਰ 'ਚ ਤਾਂ ਦਾਲ ਰੋਟੀ ਦੇ ਵੀ ਪੈਸੇ ਪੂਰੇ ਨਹੀਂ ਹੋ ਰਹੇ ਸਨ। ਘਰ ਦਾ ਖਰਚ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਪਰ ਇੱਕ ਦਿਨ ਕੁਝ ਬਹੁਤ ਹੀ ਅਜੀਬ ਹੋਇਆ। ਮੈਂ ਆਪਣੇ ਬੇਟੇ ਅਭਿਸ਼ੇਕ ਤੇ ਬੇਟੀ ਅਰਾਧਿਆ ਨੂੰ ਕੁਝ ਅਜਿਹੀਆਂ ਗੱਲਾਂ ਕਰਦੇ ਸੁਣਿਆ ਜਿਨ੍ਹਾਂ ਦੀ ਮੈਨੂੰ ਬਿਲਕੁਲ ਵੀ ਸਮਝ ਨਾ ਆਈ। ਮੇਰੇ ਬੇਟੇ ਨੇ ਕਿਹਾ ਕਿ ਤੂੰ ਹੁਣੇ ਤੋਂ ਹੀ ਆਪਣੀ ਤਬੀਅਤ ਖਰਾਬ ਕਰ ਲਈ ਹੈ। ਇਸ ਤਰ੍ਹਾਂ ਤਾਂ ਨਹੀਂ ਚੱਲੇਗਾ। ਜੇਕਰ ਇੰਨੀ ਹੀ ਪਰੇਸ਼ਾਨੀ ਹੋ ਰਹੀ ਹੈ ਤਾਂ ਫਿਰ ਅਸੀਂ ਇਹ ਸਭ ਨਹੀਂ ਕਰ ਸਕਦੇ। ਮੇਰੀ ਬੇਟੀ ਨੇ ਕਿਹਾ ਕਿ ਨਹੀਂ, ਮੈਂ ਇਹ ਕੰਮ ਕਰਨਾ ਹੈ। ਇਸ ਤਰ੍ਹਾਂ ਦੇ ਮੌਕੇ ਵਾਰ-ਵਾਰ ਨਹੀਂ ਮਿਲਦੇ ਤੇ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇਹ ਸਭ ਕੁਝ ਹੋ ਜਾਵੇਗਾ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੇਰੇ ਅੰਦਰ ਇੰਨੀ ਵੀ ਤਾਕਤ ਨਹੀਂ ਹੈ। ਮੇਰੇ ਬੇਟੇ ਨੇ ਕਿਹਾ ਕਿ ਹੁਣ ਤਾਂ ਤੈਨੂੰ ਪਤਾ ਹੈ ਨਾ, ਫਿਰ ਮੈਂ ਤੇਰੀ ਜ਼ਿੰਦਗੀ ਨੂੰ ਦਾਅ 'ਤੇ ਨਹੀਂ ਲਾ ਸਕਦਾ। ਤਾਂ ਮੇਰੀ ਬੇਟੀ ਦਾ ਕਹਿਣਾ ਸੀ ਕਿ ਨਹੀਂ, ਸਿਰਫ 2-4 ਹਫ਼ਤਿਆਂ ਦੀ ਗੱਲ ਹੈ, ਉਸ ਤੋਂ ਬਾਅਦ ਇਹ ਮੌਕਾ ਨਹੀਂ ਮਿਲੇਗਾ। ਇਹ ਸਭ ਕੀ ਹੋ ਰਿਹਾ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ। ਇਹ ਦੋਵੇਂ ਕੀ ਗੱਲਾਂ ਕਰ ਰਹੇ ਸਨ। ਇੱਕ ਦਿਨ ਤਾਂ ਮੈਂ ਕੁਝ ਅਜਿਹਾ ਦੇਖਿਆ ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ। ਦੋਸਤੋ, ਜੇਕਰ ਤੁਸੀਂ ਪੂਰੀ ਕਹਾਣੀ ਪੜ੍ਹਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਸਾਡੇ ਨਾਲ ਗਿਆਨ ਦੀਆਂ ਗੱਲਾਂ ਤੇ ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ 'ਤੇ। ਧੰਨਵਾਦ।